ਮੇਰੀ ਪਤਨੀ ਹਰ ਰੋਜ਼ ਮੇਰੇ ਲਈ ਬਹੁਤ ਹੀ ਸਵਾਦ ਅਤੇ ਨਵਾਂ ਭੋਜਨ ਪਕਾਉਂਦੀ ਸੀ। ਜਦੋਂ ਮੈਂ ਰਾਤ ਨੂੰ ਦਫ਼ਤਰ ਤੋਂ ਆਉਂਦਾ ਤਾਂ ਮੇਰੀ ਪਤਨੀ ਨਵਾਂ ਸੂਟ ਪਾ ਕੇ ਡਿਨਰ ਟੇਬਲ 'ਤੇ ਮੇਰਾ ਇੰਤਜ਼ਾਰ ਕਰ ਰਹੀ ਹੁੰਦੀ। ਮੇਰੀ ਪਤਨੀ ਇੰਨੀ ਸੋਹਣੀ ਸੀ ਕਿ ਉਸ ਨੂੰ ਦੇਖ ਕੇ ਮੇਰੀ ਸਾਰੀ ਦਿਨ ਦੀ ਥਕਾਵਟ ਦੂਰ ਹੋ ਜਾਂਦੀ ਸੀ। ਮੈਂ ਜਲਦੀ ਫਰੈਸ਼ ਹੋ ਕੇ ਆਪਣੀ ਪਤਨੀ ਨਾਲ ਰਾਤ ਦਾ ਖਾਣਾ ਖਾਂਦਾ, ਪਰ ਮੈਨੂੰ ਉਦੋਂ ਹੈਰਾਨੀ ਹੁੰਦੀ ਸੀ ਜਦੋਂ ਮੇਰੀ ਪਤਨੀ ਮੇਰੇ ਕੋਲ ਬੈਠ ਤਾਂ ਜਾਂਦੀ ਪਰ ਖਾਣਾ ਨਹੀਂ ਖਾਂਦੀ ਸੀ। ਜਦੋਂ ਮੈਂ ਉਸ ਨੂੰ ਖਾਣਾ ਖਾਣ ਲਈ ਕਹਿੰਦਾ ਤਾਂ ਉਹ ਮੈਨੂੰ ਕਹਿੰਦੀ ਕਿ ਮੈਂ ਆਪਣੇ ਲਈ ਪੀਜ਼ਾ ਆਰਡਰ ਕੀਤਾ ਹੈ, ਡਿਲੀਵਰੀ ਬੁਆਏ ਜਲਦੀ ਹੀ ਆ ਜਾਵੇਗਾ, ਮੈਂ ਪੀਜ਼ਾ ਹੀ ਖਾਊਂਗੀ। ਮੈਂ ਖਾਣਾ ਖਾ ਕੇ ਤੁਰੰਤ ਸੌਂ ਜਾਂਦਾ ਸੀ। ਉਹ ਡਿਲੀਵਰੀ ਬੁਆਏ ਮੇਰੇ ਸੌਣ ਤੋਂ ਬਾਅਦ ਹੀ ਮੇਰੀ ਪਤਨੀ ਨੂੰ ਪੀਜ਼ਾ ਦੇਣ ਲਈ ਆਉਂਦਾ ਸੀ। ਹੁਣ ਇਹ ਕੰਮ ਰੋਜ਼ ਦਾ ਹੋਣ ਲੱਗ ਪਿਆ ਸੀ। ਮੈਂ ਇਹ ਸੋਚ ਕੇ ਹੈਰਾਨ ਰਹਿ ਗਿਆ ਕਿ ਪਤਾ ਨਹੀਂ ਕਿਉਂ ਇਹ ਡਿਲੀਵਰੀ ਬੁਆਏ ਰੋਜ਼ ਮੇਰੇ ਸੌਣ ਤੋਂ ਬਾਅਦ ਹੀ ਪੀਜ਼ਾ ਡਿਲੀਵਰ ਕਰਨ ਆਉਂਦਾ ਸੀ। ਮੈਨੂੰ ਆਪਣੀ ਪਤਨੀ 'ਤੇ ਸ਼ੱਕ ਹੋਣ ਲੱਗਾ। ਰਾਤ ਨੂੰ ਨੀਂਦ ਨਹੀਂ ਆਈ ਅਤੇ ਸੌਣ ਦੀ ਐਕਟਿੰਗ ਸ਼ੁਰੂ ਕਰ ਦਿੱਤੀ। ਜਿਵੇਂ ਹੀ ਡਿਲੀਵਰੀ ਬੁਆਏ ਆਰਡਰ ਦੇਣ ਲਈ ਆਇਆ, ਮੇਰੀ ਪਤਨੀ ਉਸ ਨੂੰ ਸਾਡੇ ਕਮਰੇ ਵਿੱਚ ਲੈ ਆਈ। ਉਹ ਦੋਵੇਂ ਇੱਕ ਸੋਫੇ 'ਤੇ ਬੈਠ ਗਏ। ਇਸ ਤੋਂ ਬਾਅਦ ਜੋ ਨਜ਼ਾਰਾ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਉਹ ਇੰਨਾ ਸ਼ਰਮਨਾਕ ਸੀ ਕਿ ਕਿਸੇ ਨੂੰ ਦੱਸਣ ਯੋਗ ਨਹੀਂ ਸੀ। ਮੇਰੀਆਂ ਬੰਦ ਅੱਖਾਂ ਵਿੱਚੋਂ ਹੰਝੂ ਆ ਰਹੇ ਸਨ। ਇਹ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਜਦੋਂ ਮੇਰੀ ਪਤਨੀ ਨੇ ਉਸ ਦਾ ਹੱਥ ਫੜਿਆ ਤਾਂ ਮੈਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਆਇਆ ਕਿ ਮੈਂ ਕੀ ਦੇਖ ਰਿਹਾ ਹਾਂ। ਮੇਰੀ ਪਤਨੀ ਰਾਤ ਨੂੰ ਸਾਡੇ ਕਮਰੇ ਵਿੱਚ ਮੇਰੀ ਮੌਜੂਦਗੀ ਵਿੱਚ ਕੀ ਕਰ ਰਹੀ ਸੀ। ਮੇਰਾ ਸਾਰਾ ਸਰੀਰ ਠੰਡਾ ਹੋ ਗਿਆ। ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਮੇਰੇ ਸਰੀਰ ਵਿੱਚੋਂ ਜਾਨ ਕੱਢ ਲਈ ਹੋਵੇ। ਪਰ ਮੈਂ ਚੁੱਪਚਾਪ ਅੱਖਾਂ ਬੰਦ ਕਰਕੇ ਉਹਨਾਂ ਨੂੰ ਦੇਖਦਾ ਰਿਹਾ ਅਤੇ ਉੱਥੇ ਹੀ ਪਿਆ ਰਿਹਾ। ਪਰ ਕਈ ਵਾਰ ਜੋ ਅੱਖਾਂ ਨਾਲ ਦੇਖਿਆ ਜਾਂਦਾ ਹੈ ਅਤੇ ਕੰਨਾਂ ਨਾਲ ਸੁਣਿਆ ਜਾਂਦਾ ਹੈ ਉਹ ਸੱਚ ਨਹੀਂ ਹੁੰਦਾ, ਪਰ ਸੱਚ ਉਹ ਹੁੰਦਾ ਹੈ ਜਿਸ ਨੂੰ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ। ਮੇਰੇ ਨਾਲ ਵੀ ਕੁਝ ਅਜਿਹਾ ਹੀ ਹੋਇਆ। ਮੈਨੂੰ ਨਹੀਂ ਪਤਾ ਸੀ ਕਿ ਮੇਰੀ ਪਤਨੀ ਮੇਰੀ ਪਿੱਠ ਪਿੱਛੇ ਇਹ ਖੇਡ ਕਦੋਂ ਤੋਂ ਖੇਡ ਰਹੀ ਹੈ। ਮੇਰੀ ਪਤਨੀ ਕਦੋਂ ਤੋਂ ਮੈਨੂੰ ਧੋਖਾ ਦੇ ਰਹੀ ਹੈ, ਪਰ ਮੈਂ ਆਪਣੀ ਪਤਨੀ ਦੀ ਆਖਰੀ ਹੱਦ ਦੇਖਣਾ ਚਾਹੁੰਦਾ ਸੀ। ਮੇਰੀ ਪਤਨੀ ਮੈਨੂੰ ਸੋਇਆ ਹੋਇਆ ਸਮਝ ਕੇ ਮੇਰੀ ਮੌਜੂਦਗੀ ਵਿੱਚ ਕਿਸੇ ਮੁੰਡੇ ਨਾਲ ਬੈਠੀ ਹੋਈ ਸੀ। ਉਹ ਦੋਵੇਂ ਮੇਰੇ ਸਾਹਮਣੇ ਸੋਫੇ 'ਤੇ ਇਕੱਠੇ ਬੈਠੇ ਸਨ ਅਤੇ ਜੋ ਕਰ ਰਹੇ ਸੀ ਉਹ ਦੇਖ ਕੇ ਮੈਂ ਸ਼ਰਮ ਨਾਲ ਆਪਣੀਆਂ ਅੱਖਾਂ ਬੰਦ ਕਰ ਲਈਆਂ। ਮੈਂ ਆਪਣੀ ਪਤਨੀ ਸ਼ਿਲਪਾ 'ਤੇ ਕਿੰਨਾ ਭਰੋਸਾ ਕੀਤਾ, ਪਰ ਬਦਲੇ 'ਚ ਉਸ ਨੇ ਮੇਰੇ ਨਾਲ ਇਹ ਸਭ ਕੀਤਾ। ਮੈਂ ਸਾਰੀ ਰਾਤ ਸੋਚਦਾ ਰਿਹਾ। ਉਹ ਲੜਕਾ ਮੇਰੀ ਪਤਨੀ ਨਾਲ ਕੁਝ ਸਮਾਂ ਬਿਤਾਉਣ ਤੋਂ ਬਾਅਦ ਵਾਪਸ ਚਲਾ ਗਿਆ, ਪਰ ਜਾਣ ਵੇਲੇ ਉਹ ਮੇਰੀ ਜ਼ਿੰਦਗੀ ਦੀ ਸ਼ਾਂਤੀ ਵੀ ਆਪਣੇ ਨਾਲ ਲੈ ਗਿਆ। ਮੈਂ ਪੂਰੀ ਸੱਚਾਈ ਜਾਣ ਕੇ ਹੀ ਆਪਣੀ ਪਤਨੀ ਨੂੰ ਰੰਗੇ ਹੱਥੀਂ ਫੜਨਾ ਚਾਹੁੰਦਾ ਸੀ। ਉਸਨੇ ਮੇਰੀ ਪਿੱਠ ਵਿੱਚ ਛੁਰਾ ਕਿਉਂ ਮਾਰਿਆ? ਦੁਨੀਆ ਦੇ ਲੋਕ ਉਸ ਨੂੰ ਬਹੁਤ ਚੰਗੀ ਅਤੇ ਨੇਕ ਸਮਝਦੇ ਸਨ, ਇਸ ਲਈ ਮੇਰੇ ਕੋਲ ਉਸ ਨੂੰ ਗਲਤ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਸੀ। ਉਸ ਸਮੇਂ ਮੈਂ ਉਸ ਨੂੰ ਅਹਿਸਾਸ ਨਹੀਂ ਹੋਣ ਦਿੱਤਾ ਮੈਂ ਇਸ ਦੀ ਸੱਚਾਈ ਨੂੰ ਜਾਣਦਾ ਹਾਂ। ਇਸ ਲਈ ਮੈਂ ਉਸ ਦੇ ਸਾਹਮਣੇ ਸੌਣ ਦਾ ਨਾਟਕ ਕੀਤਾ ਅਤੇ ਰੋਜ਼ਾਨਾ ਵਾਂਗ ਸਵੇਰੇ ਉੱਠਿਆ। ਪਰ ਅੱਜ ਦੀ ਸਵੇਰ ਮੇਰੇ ਲਈ ਬਹੁਤ ਵੱਖਰੀ ਸੀ, ਕਿਉਂਕਿ ਹੁਣ ਮੇਰੀ ਜ਼ਿੰਦਗੀ ਵਿੱਚ ਕੁਝ ਵੀ ਪਹਿਲਾਂ ਵਰਗਾ ਨਹੀਂ ਸੀ। ਮੇਰੀ ਪਿਆਰੀ ਪਤਨੀ ਸ਼ਿਲਪਾ, ਜਿਸ ਦਾ ਚਿਹਰਾ ਦੇਖ ਕੇ ਹੀ ਮੇਰੀ ਸਵੇਰ ਹੁੰਦੀ ਸੀ, ਅੱਜ ਉਸ ਨੂੰ ਦੇਖ ਕੇ ਮੈਨੂੰ ਉਸ ਤੋਂ ਨਫ਼ਰਤ ਆ ਰਹੀ ਸੀ। ਅੱਜ ਜਦੋਂ ਉਹ ਮੇਰੇ ਨੇੜੇ ਆਈ ਤਾਂ ਮੈਂ ਉਸ ਨੂੰ ਆਪਣੇ ਤੋਂ ਦੂਰ ਧੱਕ ਦਿੱਤਾ। ਮੈਂ ਇਸ਼ਨਾਨ ਕਰਨ ਬਾਥਰੂਮ ਵਿੱਚ ਚਲਾ ਗਿਆ। ਬੀਤੀ ਰਾਤ ਜਦੋਂ ਮੇਰੇ 'ਤੇ ਕਿਆਮਤ ਟੁੱਟੀ ਸੀ, ਉਸ ਦੀ ਵਜ੍ਹਾ ਦੇ ਕਾਰਨ ਸਾਡਾ ਰਿਸ਼ਤਾ ਦੁਬਾਰਾ ਕਦੇ ਵੀ ਪਹਿਲਾਂ ਵਰਗਾ ਨਹੀਂ ਹੋ ਸਕਦਾ ਸੀ। ਜਦੋਂ ਮੈਂ ਨਹਾ ਕੇ ਬਾਹਰ ਆਇਆ ਤਾਂ ਸ਼ਿਲਪਾ ਬੈਠੀ ਮੇਰੀ ਉਡੀਕ ਕਰ ਰਹੀ ਸੀ। ਮੈਨੂੰ ਦੇਖ ਕੇ ਸ਼ਿਲਪਾ ਨੇ ਕਿਹਾ ਕਿ ਅੱਜ ਤੁਸੀਂ ਦਫ਼ਤਰ ਤੋਂ ਜਲਦੀ ਆ ਜਾਣਾ, ਆਪਾਂ ਘੁੰਮਣ ਲਈ ਬਾਹਰ ਚੱਲਾਂਗੇ। ਪਰ ਅੱਜ ਮੈਂ ਉਸ ਨੂੰ ਸਾਫ਼ ਕਹਿ ਦਿੱਤਾ ਕਿ ਮੇਰਾ ਕਿਤੇ ਜਾਣ ਦਾ ਕੋਈ ਇਰਾਦਾ ਨਹੀਂ ਹੈ। ਮੈਂ ਉਸ ਨੂੰ ਪੁੱਛਣਾ ਚਾਹੁੰਦਾ ਸੀ ਕਿ ਤੁਸੀਂ ਮੈਨੂੰ ਇੰਨਾ ਧੋਖਾ ਕਿਉਂ ਦਿੱਤਾ, ਪਰ ਮੈਂ ਜਲਦਬਾਜ਼ੀ ਵਿੱਚ ਕੁਝ ਨਹੀਂ ਕਰਨਾ ਚਾਹੁੰਦਾ ਸੀ ਤਾਂ ਜੋ ਕੁਝ ਗਲਤ ਹੋ ਜਾਵੇ। ਇਸ ਲਈ ਮੈਂ ਉਸ ਦੇ ਚਿਹਰੇ ਵੱਲ ਨਹੀਂ ਦੇਖਿਆ, ਕਿਉਂਕਿ ਅੱਜ ਉਹ ਮੈਨੂੰ ਬਹੁਤ ਬੁਰੀ ਲੱਗ ਰਹੀ ਸੀ। ਮੇਰਾ ਬਦਲਿਆ ਹੋਇਆ ਰੂਪ ਦੇਖ ਕੇ ਉਸ ਨੂੰ ਕੁਝ ਸਮਝ ਨਹੀਂ ਆਇਆ, ਕਿਉਂਕਿ ਬੀਤੀ ਰਾਤ ਤੱਕ ਸਾਡੇ ਵਿਚਕਾਰ ਸਭ ਕੁਝ ਠੀਕ ਸੀ। ਤਾਂ ਉਹ ਨਹੀਂ ਜਾਣ ਸਕੀ ਕਿ ਮੇਰਾ ਵਤੀਰਾ ਅਚਾਨਕ ਕਿਉਂ ਬਦਲ ਗਿਆ।
ਉਸ ਨੂੰ ਪਤਾ ਨਹੀਂ ਸੀ ਕਿ ਬੀਤੀ ਰਾਤ ਮੈਂ ਸੁੱਤਾ ਨਹੀਂ ਸੀ, ਜਾਗ ਰਿਹਾ ਸੀ। ਅਸੀਂ ਅਕਸਰ ਬਾਹਰ ਘੁੰਮਣ ਲਈ ਜਾਂਦੇ ਰਹਿੰਦੇ ਸੀ। ਜਦੋਂ ਵੀ ਉਹ ਕੋਈ ਫਰਮਾਇਸ਼ ਕਰਦੀ ਮੈਂ ਝੱਟ ਪੂਰੀ ਕਰ ਦਿੰਦਾ ਸੀ। ਪਰ ਬੀਤੀ ਰਾਤ ਤੋਂ ਬਾਅਦ ਸਭ ਕੁਝ ਬਦਲ ਗਿਆ ਸੀ। ਮੈਂ ਉਸ ਨੂੰ ਕਿਹਾ ਕਿ ਮੈਨੂੰ ਦੇਰ ਹੋ ਰਹੀ ਹੈ, ਮੈਂ ਦਫ਼ਤਰ ਲਈ ਨਿਕਲਣਾ ਹੈ। ਮੈਂ ਬੜੇ ਰੁੱਖੇ ਸੁਭਾਅ ਨਾਲ ਉਸ ਨੂੰ ਬਾਏ ਕਹਿ ਕੇ ਘਰੋਂ ਨਿਕਲ ਗਿਆ। ਨਹੀਂ ਤਾਂ ਅੱਜ ਤੋਂ ਪਹਿਲਾਂ ਮੈਂ ਦਫ਼ਤਰ ਜਾਣ ਤੋਂ ਪਹਿਲਾਂ ਉਸ ਨਾਲ ਬਹੁਤ ਗੱਲਾਂ ਕਰਦਾ ਸੀ, ਪਰ ਹੁਣ ਮੇਰਾ ਦਿਲ ਨਹੀਂ ਕਰਦਾ ਸੀ। ਰਾਤ ਵਾਲਾ ਨਜ਼ਾਰਾ ਅਜੇ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮ ਰਿਹਾ ਸੀ ਅਤੇ ਮੈਂ ਸੋਚ ਰਿਹਾ ਸੀ ਕਿ ਮੇਰੇ ਪਿਆਰ ਵਿੱਚ ਕਿਹੜੀ ਕਮੀ ਰਹਿ ਗਈ ਸੀ ਕਿ ਸ਼ਿਲਪਾ ਇਸ ਹੱਦ ਤੱਕ ਡਿੱਗ ਗਈ ਸੀ। ਕੀ ਉਸ ਨੂੰ ਸਾਡੇ ਰਿਸ਼ਤੇ ਦਾ ਖਿਆਲ ਨਹੀਂ ਰਿਹਾ? ਮੈਂ ਬਹੁਤ ਗੁੱਸੇ ਵਿੱਚ ਅਤੇ ਬਹੁਤ ਤੇਜ਼ ਗੱਡੀ ਚਲਾ ਕੇ ਦਫ਼ਤਰ ਪਹੁੰਚ ਗਿਆ। ਦਫ਼ਤਰ ਪਹੁੰਚ ਕੇ ਵੀ ਰਾਤ ਦੀ ਗੱਲ ਮੇਰੇ ਦਿਮਾਗ ਵਿੱਚੋਂ ਨਹੀਂ ਨਿਕਲੀ। ਮੈਂ ਅੱਜ ਆਪਣੇ ਸਹਾਇਕ ਨੂੰ ਸਾਰੀਆਂ ਮੀਟਿੰਗਾਂ ਰੱਦ ਕਰਨ ਲਈ ਕਿਹਾ ਕਿ ਅੱਜ ਮੇਰੀ ਤਬੀਅਤ ਠੀਕ ਨਹੀਂ ਹੈ। ਹੁਣ ਮੈਂ ਸੋਚ ਰਿਹਾ ਸੀ ਕਿ ਅੱਗੇ ਕੀ ਕਰਨਾ ਹੈ, ਕਿਸ ਤਰੀਕੇ ਨਾਲ ਸੱਚਾਈ ਸਭ ਦੇ ਸਾਹਮਣੇ ਲਿਆਉਣੀ ਹੈ, ਕਿਉਂਕਿ ਮੇਰੀ ਮਾਂ ਮੇਰੀ ਪਤਨੀ ਸ਼ਿਲਪਾ ਨੂੰ ਬਹੁਤ ਪਿਆਰ ਕਰਦੀ ਸੀ। ਇਸ ਲਈ ਉਹ ਕਦੇ ਵੀ ਮੇਰੇ ਤੇ ਭਰੋਸਾ ਨਹੀਂ ਕਰੇਗੀ। ਮੈਂ ਇੱਕ ਅਜੀਬ ਉਲਝਣ ਵਿੱਚ ਫਸ ਗਿਆ ਸੀ। ਮੈਨੂੰ ਕਿਸੇ ਵੀ ਤਰੀਕੇ ਨਾਲ ਆਪਣੀ ਪਤਨੀ ਦੇ ਮੂੰਹੋਂ ਸਾਰੀ ਸੱਚਾਈ ਮਾਂ ਦੇ ਸਾਹਮਣੇ ਲੈ ਕੇ ਆਉਣੀ ਸੀ। ਮੇਰੀ ਪਤਨੀ ਸ਼ਿਲਪਾ ਮੇਰੀ ਮਾਂ ਦੀ ਪਸੰਦ ਨਾਲ ਮੇਰੀ ਜ਼ਿੰਦਗੀ ਵਿੱਚ ਆਈ ਸੀ। ਉਹ ਉਸਦੇ ਇੱਕ ਦੋਸਤ ਦੀ ਧੀ ਸੀ ਅਤੇ ਉਹ ਉਸ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਦੀ ਸੀ। ਵਿਆਹ ਤੋਂ ਬਾਅਦ ਮੈਂ ਵੀ ਸ਼ਿਲਪਾ ਨੂੰ ਪਿਆਰ ਕਰਨ ਲੱਗ ਪਿਆ ਸੀ, ਪਰ ਹੁਣ ਮੈਨੂੰ ਪਤਾ ਲੱਗਾ ਕਿ ਪਿਆਰ ਸਿਰਫ ਇੱਕ ਤਰਫਾ ਹੁੰਦਾ ਹੈ। ਸ਼ਿਲਪਾ ਦਾ ਮੇਰੇ ਨਾਲ ਪਿਆਰ ਕਰਨਾ, ਮੇਰਾ ਧਿਆਨ ਰੱਖਣਾ, ਮੇਰੇ ਅੱਗੇ ਪਿੱਛੇ ਘੁੰਮਣਾ, ਇਹ ਸਿਰਫ ਇੱਕ ਧੋਖਾ ਅਤੇ ਇੱਕ ਭਰਮ ਸੀ। ਹੁਣ ਮੈਨੂੰ ਇਹ ਗੱਲ ਸਮਝ ਆ ਗਈ ਸੀ। ਮੇਰਾ ਨਾਮ ਅਮਰ ਹੈ। ਜਦੋਂ ਮੈਂ 25 ਸਾਲਾਂ ਦਾ ਜਵਾਨ ਸੀ ਤਾਂ ਇੱਕ ਦਿਨ ਅਚਾਨਕ ਮੇਰੀ ਮਾਂ ਮੇਰੇ ਕਮਰੇ ਵਿੱਚ ਆਈ ਅਤੇ ਕਹਿਣ ਲੱਗੀ, ਬੇਟਾ, ਜੇ ਤੂੰ ਮੈਨੂੰ ਪਿਆਰ ਕਰਦਾ ਹੈ ਤਾਂ ਬਿਨਾਂ ਸਵਾਲ ਕੀਤੇ ਮੇਰੇ ਇੱਕ ਫੈਸਲੇ ਉੱਤੇ ਸਿਰ ਝੁਕਾ ਦੇਣਾ। ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ, ਕਿਉਂਕਿ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਮੇਰੀ ਮਾਂ ਨੇ ਮੈਨੂੰ ਪਾਲਣ ਲਈ ਬਹੁਤ ਮਿਹਨਤ ਕੀਤੀ। ਮੇਰੇ ਲਈ ਉਹ ਮੇਰੇ ਪਿਤਾ ਦੇ ਨਾਲ ਨਾਲ ਮੇਰੀ ਮਾਂ ਵੀ ਸਨ। ਮੈਂ ਆਪਣੀ ਮਾਂ ਦੇ ਕਿਸੇ ਫੈਸਲੇ ਦੇ ਖਿਲਾਫ ਜਾਣ ਬਾਰੇ ਸੋਚ ਵੀ ਨਹੀਂ ਸਕਦਾ ਸੀ। ਇਸ ਲਈ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਨੂੰ ਤੁਹਾਡਾ ਹਰ ਫੈਸਲਾ ਮਨਜ਼ੂਰ ਹੈ। ਮਾਂ ਕਹਿਣ ਲੱਗੀ ਕਿ ਉਹਨਾਂ ਨੇ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਹੈ ਤੇ ਹਫ਼ਤੇ ਬਾਅਦ ਮੇਰਾ ਵਿਆਹ ਹੋਣਾ ਸੀ। ਮਾਂ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਿਆ। ਮੈਂ ਕੁਝ ਦੇਰ ਚੁੱਪ ਖੜਾ ਰਿਹਾ ਤੇ ਸੋਚਣ ਲੱਗਾ ਕਿ ਮਾਂ ਨੂੰ ਇੰਨੀ ਜਲਦੀ ਕੁੜੀ ਕਿੱਥੋਂ ਮਿਲ ਗਈ ਤੇ ਉਸ ਨੇ ਬਿਨਾਂ ਦੱਸੇ ਮੇਰਾ ਰਿਸ਼ਤਾ ਤੈਅ ਕਰ ਲਿਆ। ਮੇਰੀ ਮਾਂ ਅਤੇ ਮੇਰੀ ਜ਼ਿੰਦਗੀ ਵਿੱਚ ਇੱਕ ਦੂਜੇ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਪਰ ਫਿਰ ਮੇਰੀ ਮਾਂ ਨੇ ਖੁਦ ਮੈਨੂੰ ਦੱਸਿਆ ਕਿ ਉਹ ਕੁੜੀ ਮੇਰੇ ਦੋਸਤ ਦੀ ਧੀ ਹੈ, ਬਹੁਤ ਚੰਗੀ ਕੁੜੀ ਹੈ। ਅੱਜ ਤੱਕ ਮੈਂ ਆਪਣੀ ਮਾਂ ਦੇ ਕਿਸੇ ਦੋਸਤ ਬਾਰੇ ਨਹੀਂ ਸੁਣਿਆ ਸੀ। ਅੱਜ ਅਚਾਨਕ ਮਾਂ ਨੇ ਮੈਨੂੰ ਆਪਣੇ ਬਚਪਨ ਦੇ ਦੋਸਤ ਦੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ। ਇਹ ਸਭ ਮੇਰੇ ਲਈ ਬਹੁਤ ਅਜੀਬ ਸੀ। ਮਾਂ ਦਾ ਇਹ ਦੋਸਤ ਉਸ ਦਾ ਪੁਰਾਣੇ ਸਮਿਆਂ ਦਾ ਸਾਥੀ ਸੀ। ਅੱਜ ਮਾਂ ਉਸ ਨੂੰ ਕਾਫੀ ਸਮੇਂ ਬਾਅਦ ਮਿਲੀ ਸੀ। ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਇੰਨੇ ਸਾਲਾਂ ਬਾਅਦ ਮਾਂ ਨੇ ਆਪਣੀ ਦੋਸਤ ਲੱਭੀ ਤੇ ਮਾਂ ਨੇ ਉਹਨਾਂ ਦੀ ਧੀ ਨਾਲ ਮੇਰਾ ਰਿਸ਼ਤਾ ਤੈਅ ਕਰ ਲਿਆ। ਮੈਂ ਮਾਂ ਨੂੰ ਕਿਹਾ ਕਿ ਵਿਆਹ ਲਈ ਥੋੜ੍ਹਾ ਸਮਾਂ ਲੈ ਲਓ, ਪਰ ਮਾਂ ਨੇ ਮੇਰੀ ਗੱਲ ਨਹੀਂ ਸੁਣੀ। ਮੇਰੇ ਤੇ ਵਿਆਹ ਲਈ ਇੰਨਾ ਦਬਾਅ ਪਾਇਆ ਸੀ ਕਿ ਮੈਂ ਸ਼ਿਲਪਾ ਨੂੰ ਦੇਖੇ ਬਿਨਾਂ ਹੀ ਵਿਆਹ ਲਈ ਹਾਂ ਕਹਿ ਦਿੱਤੀ ਅਤੇ ਫਿਰ ਸਾਡਾ ਵਿਆਹ ਹੋ ਗਿਆ। ਉਹ ਮੇਰੀ ਲਾੜੀ ਬਣ ਕੇ ਮੇਰੇ ਘਰ ਆਈ। ਜਦੋਂ ਮੈਂ ਉਸ ਨੂੰ ਵਿਆਹ ਦੀ ਰਾਤ ਪਹਿਲੀ ਵਾਰ ਦੇਖਿਆ ਸੀ ਤਾਂ ਉਹ ਬਹੁਤੀ ਸੋਹਣੀ ਵੀ ਨਹੀਂ ਸੀ। ਮੈਂ ਉਸ ਵਿੱਚ ਕੁਝ ਖਾਸ ਨਹੀਂ ਦੇਖਿਆ ਕਿ ਮਾਂ ਨੇ ਉਸ ਨੂੰ ਇੰਨੀ ਜਲਦੀ ਮੇਰੀ ਜ਼ਿੰਦਗੀ ਵਿੱਚ ਸ਼ਾਮਲ ਕਰ ਲਿਆ। ਮਾਂ ਦੀ ਸਹੇਲੀ ਬਹੁਤ ਬਿਮਾਰ ਸੀ, ਇਸੇ ਲਈ ਉਹ ਚਾਹੁੰਦੀ ਸੀ ਕਿ ਉਸ ਦੀ ਧੀ ਦਾ ਵਿਆਹ ਉਸ ਦੇ ਜਿਉਂਦੇ ਹੀ ਹੋ ਜਾਵੇ। ਮਾਂ ਨੇ ਆਪਣੀ ਦੋਸਤ ਦੀ ਆਖਰੀ ਇੱਛਾ ਪੂਰੀ ਕਰਨ ਲਈ ਮੇਰਾ ਤੇ ਸ਼ਿਲਪਾ ਦਾ ਵਿਆਹ ਕਰਵਾ ਦਿੱਤਾ। ਪਰ ਸ਼ਾਇਦ ਉਸ ਦਾ ਅਸਲ ਕਾਰਨ ਕੁਝ ਹੋਰ ਹੀ ਸੀ, ਜਿਸ ਕਾਰਨ ਇੱਕ ਹਫ਼ਤੇ ਦੇ ਅੰਦਰ ਅੰਦਰ ਉਸ ਦੀ ਮਾਂ ਨੇ ਉਸ ਦਾ ਮੇਰੇ ਨਾਲ ਵਿਆਹ ਕਰਵਾ ਦਿੱਤਾ। ਮੈਂ ਹੁਣ ਕਾਰਨ ਸਮਝ ਸਕਦਾ ਸੀ। ਜੇ ਮੇਰੀ ਪਤਨੀ ਮੇਰੇ ਘਰ ਵਿੱਚ ਇੰਨਾ ਕੁਝ ਕਰ ਸਕਦੀ ਹੈ ਤਾਂ ਉਹ ਆਪਣੀ ਮਾਂ ਦੇ ਘਰ ਵਿੱਚ ਕੁਝ ਕਿਉਂ ਨਹੀਂ ਕਰ ਸਕਦੀ, ਜਿੱਥੇ ਉਹ ਵੈਸੇ ਵੀ ਇਕੱਲੀ ਸੀ। ਘਰ ਵਿੱਚ ਸ਼ਿਲਪਾ ਦੀ ਬਿਮਾਰ ਮਾਂ ਹੀ ਸੀ, ਉਹ ਵੀ ਮੇਰੇ ਵਰਗੀ ਇਕੱਲੀ ਸੀ। ਸ਼ਿਲਪਾ ਦੀ ਮਾਂ ਨੇ ਦੱਸਿਆ ਕਿ ਜਦੋਂ ਉਹ 5 ਸਾਲ ਦੀ ਸੀ ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਮੈਂ ਸ਼ਿਲਪਾ ਨਾਲ ਆਪਣੇ ਰਿਸ਼ਤੇ ਦੀ ਸ਼ੁਰੂਆਤ ਬਹੁਤ ਪਿਆਰ ਅਤੇ ਇਮਾਨਦਾਰੀ ਨਾਲ ਕੀਤੀ ਸੀ।
ਉਹ ਹਮੇਸ਼ਾ ਮੇਰੀ ਮਾਂ ਦਾ ਬਹੁਤ ਖਿਆਲ ਰੱਖਦੀ ਸੀ। ਸਾਡੇ ਘਰ ਆਉਂਦਿਆਂ ਹੀ ਉਸਨੇ ਸਾਡੇ ਘਰ ਦੀ ਸਾਰੀ ਜ਼ਿੰਮੇਵਾਰੀ ਸੰਭਾਲ ਲਈ ਸੀ। ਸ਼ਿਲਪਾ ਦੇ ਆਉਣ ਤੋਂ ਬਾਅਦ ਮੇਰੀ ਮਾਂ ਨੂੰ ਧੀ ਦੀ ਘਾਟ ਪੂਰੀ ਹੋ ਗਈ। ਸ਼ਿਲਪਾ ਨੇ ਮੇਰੀ ਮਾਂ ਦਾ ਦਿਲ ਜਿੱਤ ਲਿਆ ਸੀ ਕਿ ਉਹ ਦਿਨ ਰਾਤ ਸਿਰਫ ਉਸ ਦੀ ਹੀ ਸਿਫਤ ਸਲਾਹ ਕਰਦੀ ਰਹਿੰਦੀ ਸੀ। ਉਹ ਉਸ ਦੇ ਗੁਣ ਗਾਉਂਦੀ ਰਹਿੰਦੀ ਸੀ। ਮੈਨੂੰ ਇਹ ਦੇਖ ਕੇ ਵੀ ਬਹੁਤ ਖੁਸ਼ੀ ਹੋਵੇਗੀ ਕਿ ਮੇਰੀ ਪਤਨੀ ਨੇ ਸਾਡੀ ਜ਼ਿੰਦਗੀ ਵਿੱਚ ਆਪਣੀ ਥਾਂ ਬਹੁਤ ਵਧੀਆ ਢੰਗ ਨਾਲ ਬਣਾਈ ਹੈ। ਪਰ ਹੁਣ ਇਹ ਗੱਲ ਮੈਨੂੰ ਪਰੇਸ਼ਾਨ ਕਰ ਰਹੀ ਸੀ, ਕਿਉਂਕਿ ਮੈਂ ਚਾਹ ਕੇ ਵੀ ਆਪਣੀ ਮਾਂ ਦੇ ਸਾਹਮਣੇ ਉਸ ਨਾਲ ਬਦਸਲੂਕੀ ਨਹੀਂ ਕਰ ਸਕਦਾ ਸੀ। ਜਦੋਂ ਉਹ ਮੇਰੇ ਨਾਲ ਗਲਤ ਵਿਹਾਰ ਕਰ ਰਹੀ ਸੀ, ਜੇ ਮੈਂ ਆਪਣੀ ਮਾਂ ਨੂੰ ਦੱਸਿਆ ਹੁੰਦਾ ਕਿ ਮੈਂ ਅੱਧੀ ਰਾਤ ਨੂੰ ਤੁਹਾਡੀ ਨੂੰਹ ਨੂੰ ਕਿਸ ਹਾਲਤ ਵਿੱਚ ਦੇਖਿਆ ਹੈ, ਤਾਂ ਉਹ ਸ਼ਾਇਦ ਮੇਰੇ ਮੂੰਹ 'ਤੇ ਥੱਪੜ ਮਾਰ ਦਿੰਦੀ। ਮੇਰਾ ਦਿਲ ਬਹੁਤ ਸੜ ਰਿਹਾ ਸੀ। ਮੈਨੂੰ ਉਹ ਸਮਾਂ ਅਜੇ ਵੀ ਯਾਦ ਸੀ ਜਦੋਂ ਉਹ ਮੇਰੇ ਸਾਹਮਣੇ ਸੋਫੇ 'ਤੇ ਕਿਸੇ ਗੈਰ ਆਦਮੀ ਨਾਲ ਬੈਠੀ ਸੀ। ਹੁਣ ਮੈਂ ਸਮਝ ਗਿਆ ਕਿ ਉਹ ਆਪਣੇ ਪੇਕੇ ਘਰ ਕਿਉਂ ਨਹੀਂ ਜਾਣਾ ਚਾਹੁੰਦੀ ਸੀ। ਵਿਆਹ ਤੋਂ ਬਾਅਦ ਸ਼ਿਲਪਾ ਆਪਣੇ ਪੇਕੇ ਘਰ ਬਹੁਤ ਘੱਟ ਅਤੇ ਬੜੀ ਮੁਸ਼ਕਲ ਨਾਲ ਜਾਂਦੀ ਸੀ। ਸ਼ਿਲਪਾ ਦੀ ਮਾਂ ਮੈਨੂੰ ਬਾਰ-ਬਾਰ ਫੋਨ ਕਰਦੀ ਸੀ ਕਿ ਆਪਣੀ ਧੀ ਨੂੰ ਬਹੁਤ ਯਾਦ ਕਰ ਰਹੀ ਹਾਂ, ਉਸ ਨੂੰ ਮੇਰੇ ਕੋਲ ਲੈ ਆਓ। ਪਰ ਜਦੋਂ ਵੀ ਮੈਂ ਸ਼ਿਲਪਾ ਨੂੰ ਉਸ ਦੀ ਮਾਂ ਨੂੰ ਮਿਲਣ ਲਈ ਕਿਹਾ ਤਾਂ ਉਹ ਹਮੇਸ਼ਾ ਇਨਕਾਰ ਕਰ ਦਿੰਦੀ। ਉਸ ਕੋਲ ਕੋਈ ਨਾ ਕੋਈ ਬਹਾਨਾ ਹੁੰਦਾ। ਕਈ ਵਾਰ ਮੈਂ ਸੋਚਦਾ ਹਾਂ ਕਿ ਧੀ ਆਪਣੀ ਮਾਂ ਨੂੰ ਮਿਲਣ ਤੋਂ ਕਿਵੇਂ ਇਨਕਾਰ ਕਰ ਸਕਦੀ ਹੈ। ਧੀਆਂ ਵਿਆਹ ਤੋਂ ਬਾਅਦ ਆਪਣੇ ਮਾਤਾ-ਪਿਤਾ ਨੂੰ ਮਿਲਣ ਲਈ ਬਹਾਨੇ ਲੱਭਦੀਆਂ ਹਨ, ਪਰ ਸ਼ਿਲਪਾ ਹਮੇਸ਼ਾ ਕਿਸੇ ਨਾ ਕਿਸੇ ਗੱਲ ਦਾ ਬਹਾਨਾ ਬਣਾਉਂਦੀ ਹੈ ਅਤੇ ਕਹਿੰਦੀ ਹੈ ਕਿ ਮੈਂ ਬਾਅਦ ਵਿੱਚ ਮਿਲ ਆਵਾਂਗੀ। ਅਤੇ ਕਈ ਹਫ਼ਤੇ ਇਸ ਤਰ੍ਹਾਂ ਲੰਘ ਜਾਂਦੇ। ਜਦੋਂ ਉਸ ਦੀ ਮਾਂ ਮੈਨੂੰ ਵਾਰ-ਵਾਰ ਫੋਨ ਕਰਦੀ ਤਾਂ ਮੈਂ ਜ਼ਬਰਦਸਤੀ ਸ਼ਿਲਪਾ ਨਾਲ ਉਸ ਦੀ ਮਾਂ ਕੋਲ ਚਲਾ ਗਿਆ। ਉਹ ਜਲਦੀ ਹੀ ਆਪਣੀ ਮਾਂ ਨੂੰ ਮਿਲ ਕੇ ਵਾਪਸ ਜਾਣ ਦੀ ਜਿੱਦ ਕਰਨ ਲੱਗੀ। ਉਸ ਨੇ ਮਾਂ ਦੇ ਘਰ ਇੱਕ ਵਾਰ ਰਹਿਣ ਦਾ ਨਾਂ ਵੀ ਨਹੀਂ ਲਿਆ। ਪਰ ਉਸ ਸਮੇਂ ਮੈਂ ਸੋਚਦਾ ਸੀ ਕਿ ਸ਼ਾਇਦ ਉਸ ਨੂੰ ਆਪਣੇ ਸਹੁਰੇ ਘਰ ਦੀਆਂ ਜ਼ਿੰਮੇਵਾਰੀਆਂ ਦੀ ਚਿੰਤਾ ਹੈ, ਇਸੇ ਲਈ ਉਹ ਆਪਣੀ ਮਾਂ ਨੂੰ ਮਿਲਣ ਘੱਟ ਹੀ ਜਾਂਦੀ ਹੈ। ਪਰ ਹੁਣ ਮੈਂ ਅਸਲ ਕਾਰਨ ਸਮਝ ਗਿਆ ਸੀ ਕਿ ਮੇਰੇ ਘਰ ਵਿੱਚ ਉਸ ਦੀ ਅਯਾਸ਼ੀ ਬੜੀ ਆਸਾਨੀ ਨਾਲ ਪੂਰੀ ਹੋ ਰਹੀ ਹੈ। ਮੈਂ ਸ਼ਿਲਪਾ ਨੂੰ ਬਹੁਤ ਪਿਆਰ ਦਿੱਤਾ ਸੀ। ਮੈਂ ਆਪਣਾ ਸਾਰਾ ਘਰ ਉਸ ਨੂੰ ਸੌਂਪ ਦਿੱਤਾ ਸੀ। ਮੈਂ ਉਸ 'ਤੇ ਅੰਨਾ ਭਰੋਸਾ ਕਰਦਾ ਸੀ, ਪਰ ਉਸਨੇ ਮੇਰਾ ਭਰੋਸਾ ਬੁਰੀ ਤਰ੍ਹਾਂ ਤੋੜਿਆ ਸੀ। ਹੁਣ ਮੈਂ ਚਾਹੁੰਦਾ ਸੀ ਕਿ ਉਹ ਆਪਣੇ ਕਾਰਨਾਮੇ ਆਪਣੇ ਮੂੰਹੋਂ ਦੱਸੇ, ਤਾਂ ਜੋ ਮੈਂ ਉਸ ਨੂੰ ਆਪਣੀ ਜ਼ਿੰਦਗੀ ਤੋਂ ਹਮੇਸ਼ਾ ਲਈ ਕੱਢ ਸਕਾਂ। ਅੱਜ ਮੈਂ ਦਫ਼ਤਰ ਵਿੱਚ ਸਾਰਾ ਦਿਨ ਇਸੇ ਬਾਰੇ ਸੋਚਦਾ ਰਿਹਾ। ਸ਼ਾਮ ਨੂੰ ਜਦੋਂ ਮੈਂ ਦਫ਼ਤਰ ਤੋਂ ਘਰ ਵਾਪਸ ਆਇਆ ਤਾਂ ਮੇਰੇ ਦਿਲ ਵਿੱਚ ਸ਼ਿਲਪਾ ਲਈ ਸਿਰਫ ਨਫ਼ਰਤ ਸੀ। ਸ਼ਿਲਪਾ ਮੇਰੀ ਮਾਂ ਦੇ ਕਮਰੇ ਵਿੱਚ ਬੈਠੀ ਮੇਰੀ ਮਾਂ ਦਾ ਸਿਰ ਦਬਾ ਰਹੀ ਸੀ। ਮੈਨੂੰ ਦੇਖ ਕੇ ਮਾਤਾ ਜੀ ਨੇ ਕਿਹਾ ਕਿ ਆ ਤੂੰ ਵੀ ਇੱਥੇ ਮੇਰੇ ਕੋਲ ਬੈਠ। ਤੇਰੀ ਪਤਨੀ ਸਾਰਾ ਦਿਨ ਮੇਰੀ ਸੇਵਾ ਵਿੱਚ ਲੱਗੀ ਰਹਿੰਦੀ ਹੈ। ਤੂੰ ਹੀ ਹੈ ਇੱਕ ਜਿਸ ਨੂੰ ਆਪਣੇ ਕੰਮ ਤੋਂ ਵਿਹਲ ਨਹੀਂ ਮਿਲਦੀ ਅਤੇ 2 ਪਲ ਮੇਰੇ ਕੋਲ ਆ ਕੇ ਨਹੀਂ ਬੈਠਦਾ। ਮੇਰੀ ਮਾਂ ਮੇਰੀ ਪਤਨੀ ਵੱਲ ਬੜੇ ਪਿਆਰ ਨਾਲ ਦੇਖ ਰਹੀ ਸੀ ਤੇ ਅਸੀਸਾਂ ਦੇ ਰਹੀ ਸੀ। ਇਹ ਸਭ ਦੇਖ ਕੇ ਸ਼ਿਲਪਾ ਦੇ ਚਿਹਰੇ 'ਤੇ ਮੁਸਕਰਾਹਟ ਆ ਗਈ, ਪਰ ਮੈਨੂੰ ਉਸ ਦਾ ਚਿਹਰਾ ਦੇਖ ਕੇ ਬਹੁਤ ਗੁੱਸਾ ਆਇਆ। ਸਿਰਫ ਮੈਂ ਜਾਣਦਾ ਸੀ ਕਿ ਮੇਰੀ ਪਤਨੀ, ਜੋ ਕਿ ਬਹੁਤ ਮਾਸੂਮ ਲੱਗ ਰਹੀ ਹੈ, ਅੰਦਰੋਂ ਕਿੰਨੀ ਬੁਰੀ ਸੀ। ਬੜੀ ਮੁਸ਼ਕਲ ਨਾਲ ਉਹ ਕੁਝ ਦੇਰ ਆਪਣੀ ਮਾਂ ਕੋਲ ਬੈਠਾ ਤੇ ਫਿਰ ਆਪਣੇ ਕਮਰੇ ਵਿੱਚ ਚਲਾ ਗਿਆ। ਸ਼ਿਲਪਾ ਵੀ ਚਾਹ ਲੈ ਕੇ ਮੇਰੇ ਪਿੱਛੇ ਚੱਲ ਪਈ। ਉਹ ਮੇਰੇ ਨਾਲ ਗੱਲ ਕਰਨਾ ਚਾਹੁੰਦੀ ਸੀ, ਪਰ ਅੱਜ ਮੈਂ ਉਸ ਨਾਲ ਗੱਲ ਕਰਨ ਦੇ ਮੂਡ ਵਿੱਚ ਨਹੀਂ ਸੀ। ਉਹ ਮੇਰੇ ਨਾਲ ਗੱਲਾਂ ਕਰਨ ਲੱਗੀ, ਪਰ ਮੈਂ ਅੱਖਾਂ ਬੰਦ ਕਰਕੇ ਲੇਟ ਗਿਆ, ਜਿਵੇਂ ਮੈਂ ਸੌਂ ਗਿਆ ਹੋਵਾਂ। ਉਹ ਮੇਰੇ ਸਿਰ 'ਤੇ ਹੱਥ ਰੱਖ ਕੇ ਦੇਖਣ ਲੱਗੀ ਕਿ ਮੇਰੀ ਸਿਹਤ ਠੀਕ ਹੈ ਜਾਂ ਨਹੀਂ। ਮੈਂ ਆਪਣੀਆਂ ਅੱਖਾਂ ਖੋਲ੍ਹੀਆਂ ਤੇ ਸ਼ਿਲਪਾ ਦਾ ਹੱਥ ਦੂਰ ਕਰਕੇ ਕਿਹਾ ਕਿ ਰੱਬ ਦਾ ਭਲਾ ਮੈਨੂੰ ਕੁਝ ਸਮੇਂ ਲਈ ਸ਼ਾਂਤੀ ਨਾਲ ਰਹਿਣ ਦਿਓ। ਵਿਆਹ ਤੋਂ 5 ਮਹੀਨੇ ਬਾਅਦ ਅੱਜ ਪਹਿਲੀ ਵਾਰ ਅਜਿਹਾ ਹੋਇਆ ਸੀ। ਅੱਜ ਵੀ ਸ਼ਿਲਪਾ ਨੇ ਮੇਰੇ ਲਈ ਨਵਾਂ ਸੂਟ ਪਾਇਆ ਅਤੇ ਮੇਰੇ ਲਈ ਮੇਰੀ ਪਸੰਦ ਦਾ ਖਾਣਾ ਪਕਾਇਆ, ਪਰ ਮੈਂ ਬਿਨਾਂ ਕੁਝ ਖਾਧੇ ਸੌਂ ਗਿਆ। ਜਦੋਂ ਸ਼ਿਲਪਾ ਨੇ ਬਾਰ-ਬਾਰ ਪੁੱਛਿਆ ਤਾਂ ਮੈਂ ਬਹੁਤ ਰੌਲਾ ਪਾਇਆ ਅਤੇ ਜਵਾਬ ਦਿੱਤਾ। ਫਿਰ ਉਹ ਡਰ ਕੇ ਪਿੱਛੇ ਹਟ ਗਈ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਪਰ ਹੁਣ ਉਸਦੇ ਮਗਰਮੱਛ ਦੇ ਹੰਝੂ ਦਾ ਮੇਰੇ 'ਤੇ ਕੋਈ ਅਸਰ ਨਹੀਂ ਹੋ ਰਿਹਾ ਸੀ। ਮੈਂ ਸ਼ਿਲਪਾ ਨੂੰ ਕਿਹਾ ਕਿ ਹੁਣ ਮੈਨੂੰ ਅੱਜ ਰਾਤ ਇਕੱਲਾ ਛੱਡ ਦੇਵੇ, ਇਸ ਲਈ ਚੁੱਪਚਾਪ ਕਮਰੇ ਵਿੱਚੋਂ ਉੱਠ ਕੇ ਬਾਹਰ ਚਲੀ ਗਈ। ਮੈਂ ਕਿਸੇ ਤਰ੍ਹਾਂ ਰਾਤ ਤੱਕ ਆਪਣੇ ਕਮਰੇ ਵਿੱਚ ਰਿਹਾ ਅਤੇ ਰਾਤ ਦਾ ਖਾਣਾ ਵੀ ਨਹੀਂ ਖਾਧਾ। ਮੈਂ ਦੇਖਣਾ ਚਾਹੁੰਦਾ ਸੀ ਕਿ ਅੱਜ ਰਾਤ ਨੂੰ ਉਹ ਮੁੰਡਾ ਸਾਡੇ ਕਮਰੇ ਵਿੱਚ ਆਵੇਗਾ ਜਾਂ ਨਹੀਂ। ਮੈਨੂੰ ਹਮੇਸ਼ਾ ਨੀਂਦ ਦੀਆਂ ਗੋਲੀਆਂ ਖਾ ਕੇ ਸੌਣ ਦੀ ਆਦਤ ਸੀ। ਨੀਂਦ ਦੀਆਂ ਗੋਲੀਆਂ ਲਏ ਬਿਨਾਂ ਮੈਨੂੰ ਨੀਂਦ ਨਹੀਂ ਆਉਂਦੀ ਸੀ। ਸ਼ਾਇਦ ਮੇਰੀ ਪਤਨੀ ਸ਼ਿਲਪਾ ਨੇ ਇਸ ਦਾ ਫਾਇਦਾ ਉਠਾਇਆ, ਇਸ ਲਈ ਰਾਤ ਨੂੰ ਨੀਂਦ ਦੀਆਂ ਗੋਲੀਆਂ ਨਹੀਂ ਲਈਆਂ।
ਮੈਂ ਗੁਪਤ ਰੂਪ ਵਿੱਚ ਆਪਣੇ ਮੋਬਾਈਲ ਦੀ ਰਿਕਾਰਡਿੰਗ ਔਨ ਕਰਕੇ ਸੋਫੇ ਦੇ ਕੋਲ ਛੁਪਾ ਦਿੱਤਾ। ਮੈਂ ਰਿਕਾਰਡ ਕਰਨਾ ਚਾਹੁੰਦਾ ਸੀ ਕਿ ਉਹਨਾਂ ਵਿਚਕਾਰ ਕੀ ਹੋਇਆ, ਅਤੇ ਫਿਰ ਜਦੋਂ ਉਹ ਮੇਰੀ ਪਤਨੀ ਨੂੰ ਮਿਲ ਕੇ ਵਾਪਸ ਚਲਾ ਜਾਂਦਾ ਤਾਂ ਉਹ ਦੋਵਾਂ ਨੂੰ ਰੰਗੇ ਹੱਥੀਂ ਫੜ ਲੈਂਦਾ। ਮੈਂ ਸੋਚਿਆ ਸੀ ਕਿ ਜੇਕਰ ਸ਼ਿਲਪਾ ਮਾਂ ਦੇ ਸਾਹਮਣੇ ਝੂਠ ਬੋਲੇਗੀ ਤਾਂ ਮੈਂ ਉਸ ਦੀ ਰਿਕਾਰਡਿੰਗ ਸੁਣਾਵਾਂਗਾ ਅਤੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਵੇਗਾ। ਮੈਂ ਬੇਸਬਰੀ ਨਾਲ ਉਸ ਸਮੇਂ ਦਾ ਇੰਤਜ਼ਾਰ ਕਰ ਰਿਹਾ ਸੀ ਜਦੋਂ ਉਹ ਮੁੰਡਾ ਸਾਡੇ ਘਰ ਆਵੇ ਅਤੇ ਸ਼ਿਲਪਾ ਉਸ ਨੂੰ ਸਾਡੇ ਕਮਰੇ ਵਿੱਚ ਲੈ ਜਾਵੇ। ਮੈਂ ਸੌਣ ਦਾ ਡਰਾਮਾ ਕਰ ਰਿਹਾ ਸੀ। ਸ਼ਿਲਪਾ ਸੋਚ ਰਹੀ ਸੀ ਕਿ ਮੈਨੂੰ ਨੀਂਦ ਆ ਗਈ ਹੈ, ਇਸ ਲਈ ਕੁਝ ਦੇਰ ਬਾਅਦ ਸ਼ਿਲਪਾ ਨੇ ਕਾਲ ਕਰਕੇ ਪੀਜ਼ਾ ਆਰਡਰ ਕੀਤਾ। ਮੈਨੂੰ ਪਤਾ ਸੀ ਕਿ ਪੀਜ਼ਾ ਆਰਡਰ ਕਰਨਾ ਸਿਰਫ ਇੱਕ ਬਹਾਨਾ ਸੀ। ਉਹ ਮੁੰਡਾ ਮੇਰੇ ਘਰ ਸਿਰਫ ਪੀਜ਼ਾ ਡਿਲੀਵਰ ਕਰਨ ਦੇ ਬਹਾਨੇ ਆਉਂਦਾ ਹੈ। ਚੌਕੀਦਾਰ ਨੇ ਵੀ ਉਸ ਨੂੰ ਡਿਲੀਵਰੀ ਬੁਆਏ ਸਮਝ ਕੇ ਅਤੇ ਸ਼ਿਲਪਾ ਦੇ ਕਹਿਣ 'ਤੇ ਅੰਦਰ ਆਉਣ ਦਿੱਤਾ ਹੋਵੇਗਾ, ਇਸ ਲਈ ਮੈਨੂੰ ਅੱਜ ਤੱਕ ਇਸ ਬਾਰੇ ਪਤਾ ਨਹੀਂ ਲੱਗਾ। ਰਾਤ ਕਰੀਬ 12 ਵਜੇ ਸ਼ਿਲਪਾ ਨੇ ਸਾਡੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਲੜਕੇ ਦਾ ਹੱਥ ਫੜ ਕੇ ਕਮਰੇ ਦੇ ਅੰਦਰ ਲੈ ਗਈ। ਮੇਰਾ ਦਿਲ ਉਸੇ ਵੇਲੇ ਉਸ ਮੁੰਡੇ ਦਾ ਮੂੰਹ ਭੰਨਣ ਨੂੰ ਕਰਦਾ ਸੀ। ਮੈਂ ਮੁਸ਼ਕਲ ਨਾਲ ਆਪਣੇ ਆਪ 'ਤੇ ਕਾਬੂ ਪਾਇਆ ਅਤੇ ਆਪਣੇ ਗੁੱਸੇ 'ਤੇ ਕਾਬੂ ਪਾ ਕੇ ਮੈਂ ਆਪਣੀ ਥਾਂ 'ਤੇ ਲੇਟ ਗਿਆ। ਇਸ ਲੜਕੇ ਨੇ ਮੇਰੀ ਪਤਨੀ ਸ਼ਿਲਪਾ ਦਾ ਹੱਥ ਫੜ ਕੇ ਉਸ ਨੂੰ ਖਿੱਚ ਕੇ ਸੋਫੇ 'ਤੇ ਬਿਠਾਇਆ ਅਤੇ ਫਿਰ ਅਜਿਹੀਆਂ ਹਰਕਤਾਂ ਕਰਨ ਲੱਗਾ ਕਿ ਮੇਰੇ ਸਰੀਰ ਨੂੰ ਅੱਗ ਲੱਗ ਗਈ। ਉਹ ਸ਼ਿਲਪਾ ਨੂੰ ਹੌਲੀ ਜਿਹੀ ਕੁਝ ਕਹਿ ਰਿਹਾ ਸੀ ਜੋ ਮੈਂ ਸੁਣ ਨਹੀਂ ਸਕਿਆ, ਪਰ ਮੇਰਾ ਫੋਨ ਉੱਥੇ ਹੀ ਰਿਕਾਰਡਿੰਗ 'ਤੇ ਸੀ। ਮੈਨੂੰ ਪਤਾ ਸੀ ਕਿ ਇਹਨਾਂ ਦੋਹਾਂ ਦੀਆਂ ਆਵਾਜ਼ਾਂ ਮੇਰੇ ਫੋਨ 'ਤੇ ਰਿਕਾਰਡ ਹੋਈਆਂ ਹੋਣਗੀਆਂ। ਉਹ ਦੋਵੇਂ ਆਪਣੀਆਂ ਗੱਲਾਂ ਵਿੱਚ ਰੁੱਝੇ ਹੋਏ ਸਨ। ਕਾਫੀ ਦੇਰ ਤੱਕ ਮੇਰੀ ਪਤਨੀ ਨਾਲ ਗੱਲਾਂ ਕਰਦੇ ਰਹੇ। ਜਦੋਂ ਮੇਰੀ ਪਤਨੀ ਨੇ ਉਸਦੇ ਮੱਥੇ ਨੂੰ ਚੁੰਮਿਆ ਤਾਂ ਮੈਨੂੰ ਯਕੀਨ ਹੋ ਗਿਆ ਕਿ ਮੇਰੀ ਪਤਨੀ ਬਹੁਤ ਹੀ ਚਰਿੱਤਰਹੀਣ ਔਰਤ ਹੈ, ਜਿਸ ਨੇ ਆਪਣੀ ਮਾਂ ਦੇ ਕਹਿਣ 'ਤੇ ਮੇਰੇ ਨਾਲ ਵਿਆਹ ਤਾਂ ਕਰਵਾ ਲਿਆ, ਪਰ ਉਸ ਦਾ ਦਿਲ ਅੱਜ ਵੀ ਪੁਰਾਣੇ ਪ੍ਰੇਮੀ ਵਿੱਚ ਅਟਕਿਆ ਹੋਇਆ ਹੈ। ਅਤੇ ਸ਼ਾਇਦ ਇੰਨੀ ਕਾਰਨ ਸੀ ਕਿ ਸ਼ਿਲਪਾ ਵੀ ਨਹੀਂ ਮੰਨਦੀ ਸੀ। ਇਸ ਕਰਕੇ ਸ਼ਿਲਪਾ ਆਪਣੀ ਮਾਂ ਨੂੰ ਮਿਲਣਾ ਨਹੀਂ ਚਾਹੁੰਦੀ, ਨਹੀਂ ਤਾਂ ਕੋਈ ਧੀ ਆਪਣੇ ਮਾਪਿਆਂ ਨੂੰ ਕਿਉਂ ਨਾ ਮਿਲਣਾ ਚਾਹੇਗੀ। ਮੈਂ ਸਾਰੇ ਸਬੂਤ ਇਕੱਠੇ ਕੀਤੇ। ਕੁਝ ਦੇਰ ਬਾਅਦ ਸ਼ਿਲਪਾ ਨੇ ਇਸ ਲੜਕੇ ਦੇ ਹੱਥਾਂ 'ਚ ਕਾਫੀ ਪੈਸੇ ਰੱਖ ਦਿੱਤੇ। ਮੁੰਡਾ ਜਾਣ ਲਈ ਖੜਾ ਹੋ ਗਿਆ। ਇਹ ਸਹੀ ਸਮਾਂ ਸੀ ਜਦੋਂ ਮੈਂ ਉਹਨਾਂ ਦੋਵਾਂ ਨੂੰ ਰੰਗੇ ਹੱਥੀਂ ਫੜ ਕੇ ਉਹਨਾਂ ਨਾਲ ਆਪਣਾ ਹਿਸਾਬ ਕਿਤਾਬ ਕਰ ਸਕਦਾ ਸੀ। ਮੈਂ ਝੱਟ ਆਪਣੇ ਬਿਸਤਰੇ ਤੋਂ ਉੱਠਿਆ ਅਤੇ ਮੁੰਡੇ ਨੂੰ ਗਲੇ ਤੋਂ ਫੜ ਲਿਆ। ਸ਼ਿਲਪਾ ਸੋਚ ਵੀ ਨਹੀਂ ਸਕਦੀ ਸੀ ਕਿ ਅੱਜ ਮੈਂ ਦਵਾਈ ਨਹੀਂ ਲਈ, ਸਗੋਂ ਜਾਗ ਰਿਹਾ ਹਾਂ। ਮੈਨੂੰ ਦੇਖ ਕੇ ਉਸ ਦੇ ਹੋਸ਼ ਉੱਡ ਗਏ ਅਤੇ ਮੁੰਡਾ ਪੂਰੀ ਤਰ੍ਹਾਂ ਡਰ ਗਿਆ। ਸ਼ਿਲਪਾ ਹੱਥ ਜੋੜ ਕੇ ਕਹਿਣ ਲੱਗੀ ਕਿ ਇਸ ਨੂੰ ਛੱਡ ਦਿਓ। ਇਹ ਵਿਅਕਤੀ ਪੀਜ਼ਾ ਡਿਲੀਵਰ ਕਰਨ ਆਇਆ ਸੀ ਅਤੇ ਮੈਂ ਉਸ ਨੂੰ ਪੈਸੇ ਦੇਣ ਲਈ ਕਮਰੇ ਵਿੱਚ ਲੈ ਆਈ ਸੀ। ਮੈਂ ਸ਼ਿਲਪਾ ਦੇ ਮੂੰਹ 'ਤੇ ਥੱਪੜ ਮਾਰਿਆ ਅਤੇ ਉਸ ਨੂੰ ਕਿਹਾ ਕਿ ਤੁਸੀਂ ਆਪਣਾ ਮੂੰਹ ਬੰਦ ਰੱਖੋ। ਮੈਨੂੰ ਤੁਹਾਡੀ ਸੱਚਾਈ ਦਾ ਕੱਲ੍ਹ ਰਾਤ ਹੀ ਪਤਾ ਸੀ, ਪਰ ਜੋ ਭੋਲੇਪਨ ਦਾ ਨਾਟਕ ਤੁਸੀਂ ਮੇਰੀ ਮਾਂ ਦੇ ਸਾਹਮਣੇ ਕਰਦੇ ਹੋ ਉਹ ਮੈਂ ਉਤਾਰਨਾ ਚਾਹੁੰਦਾ ਸੀ। ਤੁਸੀਂ ਕਿੰਨੇ ਧੋਖੇਬਾਜ਼ ਕੁੜੀ ਹੋ। ਤੂੰ ਮੇਰੇ ਤੇ ਮੇਰੀ ਮਾਂ ਦੇ ਪਿਆਰ ਦਾ ਇਹ ਸਿਲਾ ਦਿੱਤਾ ਕਿ ਸਾਡੇ ਆਪਣੇ ਘਰ ਆਪਣੀ ਛੱਤ ਹੇਠ ਤੂੰ ਸਾਡੀ ਇੱਜ਼ਤ ਨੂੰ ਸੁਆਹ ਕਰ ਦਿੱਤਾ। ਮੇਰੀ ਗੱਲ ਸੁਣ ਕੇ ਸ਼ਿਲਪਾ ਬਹੁਤ ਰੋਣ ਲੱਗੀ। ਉਹ ਕਹਿਣ ਲੱਗੀ ਕਿ ਇੱਕ ਵਾਰ ਮੇਰੀ ਗੱਲ ਸੁਣ, ਮੈਂ ਫਿਰ ਜੋ ਮਰਜ਼ੀ ਫੈਸਲਾ ਕਰ ਲਓ। ਮੈਂ ਉਸ ਲੜਕੇ ਦੇ ਮੂੰਹ 'ਤੇ ਜ਼ੋਰਦਾਰ ਥੱਪੜ ਮਾਰਿਆ ਜੋ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ। ਉਸ ਤੋਂ ਬਾਅਦ ਕੁਝ ਵੀ ਸੁਣਨ ਜਾਂ ਸਮਝਣ ਦੀ ਕੋਈ ਗੁੰਜਾਇਸ਼ ਨਹੀਂ ਬਚੀ। ਇੱਕ ਡਿਲੀਵਰੀ ਵਾਲਾ ਲੜਕਾ ਅੱਧੀ ਰਾਤ ਨੂੰ ਮੇਰੇ ਕਮਰੇ ਵਿੱਚ ਕੀ ਕਰਨ ਆਇਆ ਸੀ, ਇਹ ਸਮਝਣਾ ਔਖਾ ਨਹੀਂ ਸੀ। ਮੇਰੇ ਕਮਰੇ ਵਿੱਚ ਰੌਲਾ ਸੁਣ ਕੇ ਮੇਰੀ ਮਾਂ ਵੀ ਮੇਰੇ ਕਮਰੇ ਵਿੱਚ ਆ ਗਈ। ਕਮਰੇ ਦਾ ਨਜ਼ਾਰਾ ਦੇਖ ਕੇ ਉਹ ਪਰੇਸ਼ਾਨ ਹੋ ਗਏ। ਮੈਂ ਆਪਣੀ ਮਾਂ ਨੂੰ ਦੱਸਿਆ ਕਿ ਉਸ ਦੀ ਲਾਡਲੀ ਨੂੰ ਸਾਡੀ ਇੱਜ਼ਤ ਕਿਵੇਂ ਖਰਾਬ ਕਰ ਰਹੀ ਹੈ। ਮੇਰੀ ਗੱਲ ਸੁਣ ਕੇ ਮੇਰੀ ਮਾਂ ਹੈਰਾਨ ਰਹਿ ਗਈ ਅਤੇ ਉਹ ਮੈਨੂੰ ਹੋਸ਼ ਵਿੱਚ ਆਉਣ ਲਈ ਕਹਿਣ ਲੱਗੀ, ਸ਼ਿਲਪਾ ਇੱਕ ਇੱਜ਼ਤਦਾਰ ਕੁੜੀ ਹੈ। ਮੈਂ ਆਪਣੀ ਮਾਂ ਨੂੰ ਗੁੱਸੇ ਵਿੱਚ ਕਿਹਾ ਕਿ ਮੈਂ ਸ਼ਿਲਪਾ ਬਾਰੇ ਕੁਝ ਨਹੀਂ ਕਹਾਂਗਾ, ਸਗੋਂ ਹੁਣ ਉਹ ਜੋ ਵੀ ਕਰੇਗਾ ਉਹ ਮੇਰਾ ਫੋਨ ਦੀ ਰਿਕਾਰਡਿੰਗ ਕਰੇਗੀ। ਮੈਂ ਸੋਫੇ ਵਿੱਚ ਛੁਪਾਇਆ ਫੋਨ ਕੱਢ ਕੇ ਰਿਕਾਰਡਰ ਆਨ ਕਰ ਦਿੱਤਾ ਅਤੇ ਦੋਹਾਂ ਵਿਚਕਾਰ ਹੋਈਆਂ ਗੱਲਾਂ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਮੁੰਡਾ ਤੇ ਸ਼ਿਲਪਾ ਸਿਰ ਝੁਕਾ ਕੇ ਮੇਰੇ ਸਾਹਮਣੇ ਖੜੇ ਸਨ। ਮੇਰੀ ਮਾਂ ਵੀ ਮੇਰੇ ਨਾਲ ਬਹੁਤ ਗੁੱਸੇ ਸੀ। ਜੋ ਕੁਝ ਮੈਂ ਦੇਖਿਆ ਅਤੇ ਸੁਣਿਆ ਉਹ ਸਭ ਗਲਤ ਸੀ। ਸੱਚਾਈ ਇਸ ਦੇ ਬਿਲਕੁਲ ਉਲਟ ਸੀ, ਜਿਸ ਨੂੰ ਸੁਣਨ ਅਤੇ ਜਾਣਨ ਤੋਂ ਬਾਅਦ ਮੈਂ ਆਪਣੀ ਮਾਂ ਅਤੇ ਸ਼ਿਲਪਾ ਨਾਲ ਅੱਖਾਂ ਨਹੀਂ ਮਿਲਾ ਸਕਦਾ ਸੀ।
ਮੇਰੇ ਪੂਰੇ ਕਮਰੇ ਵਿੱਚ ਸ਼ਿਲਪਾ ਦੀਆਂ ਚੀਕਾਂ ਗੂੰਜ ਰਹੀਆਂ ਸਨ। ਮੇਰੀ ਮਾਂ ਸ਼ਿਲਪਾ ਨੂੰ ਜੱਫੀ ਪਾ ਕੇ ਦਿਲਾਸਾ ਦੇ ਰਹੀ ਸੀ। ਮੇਰੀ ਮਾਂ ਕਹਿ ਰਹੀ ਸੀ ਕਿ ਮੈਂ ਹਰ ਹਾਲ ਵਿੱਚ ਤੇਰੇ ਨਾਲ ਹਾਂ। ਮਾਂ ਨੇ ਉਸ ਮੁੰਡੇ ਨੂੰ ਵੀ ਸੋਫੇ ਤੇ ਬਿਠਾਇਆ। ਮੈਂ ਆਪਣੀ ਥਾਂ ਤੇ ਖੜਾ ਰਿਹਾ। ਸ਼ਿਲਪਾ ਅਤੇ ਉਸ ਲੜਕੇ ਵਿਚਕਾਰ ਜੋ ਗੱਲਾਂ ਹੋਈਆਂ ਉਹਨਾਂ ਨੇ ਮੈਨੂੰ ਸ਼ੀਸ਼ਾ ਦਿਖਾਇਆ ਅਤੇ ਹੁਣ ਸ਼ਾਇਦ ਮੈਂ ਸਾਰੀ ਉਮਰ ਸ਼ੀਸ਼ੇ ਵਿੱਚ ਆਪਣਾ ਚਿਹਰਾ ਨਹੀਂ ਦੇਖ ਸਕਾਂਗਾ। ਉਹ ਮੁੰਡਾ ਸ਼ਿਲਪਾ ਨੂੰ ਜੱਫੀ ਪਾ ਕੇ ਬੈਠਾ ਸੀ। ਉਹ ਮੁੰਡਾ ਰਿਕਾਰਡਿੰਗ ਵਿੱਚ ਕਹਿ ਰਿਹਾ ਸੀ ਕਿ ਦੀਦੀ ਤੁਹਾਡੇ ਅਸ਼ੀਰਵਾਦ ਅਤੇ ਮਦਦ ਕਾਰਨ ਨਾਲ ਅੱਜ ਮੇਰਾ LLB ਪੂਰਾ ਹੋ ਗਿਆ ਹੈ। ਹੁਣ ਮੈਂ ਬਸ 1 ਸਾਲ ਅਭਿਆਸ ਕਰਨਾ ਹੋਵੇਗਾ। ਦੀਦੀ ਜੇ ਤੁਸੀਂ ਮੇਰਾ ਸਾਥ ਨਾ ਦਿੰਦੇ ਤਾਂ ਸ਼ਾਇਦ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਅੱਗੇ ਨਹੀਂ ਵੱਧ ਸਕਦਾ ਸੀ। ਪਿਤਾ ਜੀ ਨੇ ਤਾਂ ਸਾਨੂੰ ਦੋਹਾਂ ਨੂੰ ਵੱਖ ਕਰ ਦਿੱਤਾ ਸੀ। ਮੈਨੂੰ ਉਹ ਆਪਣੇ ਨਾਲ ਲੈ ਗਏ ਸੀ, ਪਰ ਤੁਸੀਂ ਮੈਨੂੰ ਕਦੇ ਇਕੱਲਾ ਨਹੀਂ ਛੱਡਿਆ। ਇਸ ਕਰਕੇ ਹੀ ਅੱਜ ਮੈਂ ਆਪਣੀ ਜ਼ਿੰਦਗੀ ਵਿੱਚ ਇੰਨਾ ਅੱਗੇ ਵੱਧ ਸਕਿਆ ਹਾਂ। ਸ਼ਿਲਪਾ ਉਸ ਨੂੰ ਵਧਾਈ ਦੇ ਰਹੀ ਸੀ ਅਤੇ ਆਪਣਾ ਭਰਾ ਕਹਿ ਰਹੀ ਸੀ। ਹੁਣ ਮੈਨੂੰ ਪਤਾ ਲੱਗਾ ਕਿ ਦੋਹਾਂ ਵਿਚਕਾਰ ਭੈਣ ਭਰਾ ਦਾ ਰਿਸ਼ਤਾ ਸੀ। ਕੁਝ ਸਮੇਂ ਬਾਅਦ ਜਦੋਂ ਸ਼ਿਲਪਾ ਚੁੱਪ ਹੋ ਗਈ, ਇਸ ਲਈ ਉਹ ਆਪ ਹੀ ਕਹਿਣ ਲੱਗੀ ਕਿ ਮੈਂ ਅਤੇ ਸ਼ੁਭਮ ਅਸਲੀ ਭੈਣ ਭਰਾ ਹਾਂ, ਪਰ ਕਿਸਮਤ ਦੇ ਤਸੀਹੇ ਅਤੇ ਮਾਤਾ ਪਿਤਾ ਦੀ ਗਲਤੀ ਨੇ ਸਾਨੂੰ ਦੋਹਾਂ ਨੂੰ ਵੱਖ ਕਰ ਦਿੱਤਾ ਸੀ। ਸਾਡੇ ਪਿਤਾ ਜੀ ਬਹੁਤ ਸਖਤ ਸਨ ਅਤੇ ਛੋਟੀਆਂ-ਛੋਟੀਆਂ ਗੱਲਾਂ 'ਤੇ ਗੁੱਸੇ ਹੋ ਜਾਂਦੇ ਸਨ। ਮਾਂ ਅਤੇ ਬਾਪ ਵਿਚਕਾਰ ਹਮੇਸ਼ਾ ਲੜਾਈ ਹੁੰਦੀ ਰਹਿੰਦੀ ਸੀ। ਫਿਰ ਇੱਕ ਸਮਾਂ ਅਜਿਹਾ ਆਇਆ ਕਿ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਅਤੇ ਫਿਰ ਦੋਹਾਂ ਨੇ ਆਪ ਹੀ ਬੱਚਿਆਂ ਨੂੰ ਵੀ ਵੰਡ ਲਿਆ। ਪਿਤਾ ਜੀ ਸ਼ੁਭਮ ਨੂੰ ਆਪਣੇ ਨਾਲ ਲੈ ਗਏ ਅਤੇ ਮਾਂ ਨੇ ਮੈਨੂੰ ਰੱਖ ਲਿਆ। ਉਸ ਨੇ ਇਹ ਵੀ ਨਹੀਂ ਸੋਚਿਆ ਸੀ ਕਿ ਉਸ ਦੇ ਫੈਸਲੇ ਦਾ ਸਾਡੀ ਦੋਹਾਂ ਦੀ ਜ਼ਿੰਦਗੀ 'ਤੇ ਕੀ ਅਸਰ ਪਵੇਗਾ। ਅਸੀਂ ਦੋਵੇਂ ਭੈਣ ਭਰਾ ਬਚਪਨ ਤੋਂ ਹੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਅਤੇ ਇੱਕ ਦੂਜੇ ਦਾ ਵਿਛੋੜਾ ਬਰਦਾਸ਼ਤ ਨਹੀਂ ਕਰ ਸਕਦੇ ਸੀ। ਪਰ ਸਾਡੇ ਮਾਤਾ ਪਿਤਾ ਦੇ ਫੈਸਲੇ ਕਾਰਨ ਅਸੀਂ ਦੋਵੇਂ ਇੱਕ ਦੂਜੇ ਤੋਂ ਵੱਖ ਹੋਣ ਲਈ ਮਜਬੂਰ ਹੋ ਗਏ। ਪਿਤਾ ਜੀ ਨੇ ਦੁਬਾਰਾ ਵਿਆਹ ਕਰਵਾ ਲਿਆ। ਸ਼ੁਭਮ ਨੂੰ ਇੱਕ ਹੋਰ ਮਾਂ ਮਿਲ ਗਈ ਸੀ, ਪਰ ਉਸ ਨੇ ਉਸ ਨਾਲ ਬੁਰਾ ਸਲੂਕ ਕੀਤਾ। ਮੇਰੀ ਮਾਂ ਨੇ ਦੁਬਾਰਾ ਵਿਆਹ ਨਹੀਂ ਕਰਵਾਇਆ ਅਤੇ ਉਹ ਬਿਮਾਰ ਹੋ ਗਈ, ਜਿਸ ਕਾਰਨ ਮੈਂ ਛੋਟੀ ਉਮਰ ਵਿੱਚ ਹੀ ਆਪਣੇ ਘਰ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਦੋਵੇਂ ਹੋਰ ਬੱਚਿਆਂ ਵਾਂਗ ਆਪਣੇ ਬਚਪਨ ਵਧੀਆ ਢੰਗ ਨਾਲ ਨਹੀਂ ਬਿਤਾ ਸਕੇ, ਸਗੋਂ ਮਾਪਿਆਂ ਕਾਰਨ ਸਾਡਾ ਬਚਪਨ ਖੋਹ ਲਿਆ ਗਿਆ। ਕਈ ਸਾਲਾਂ ਬਾਅਦ ਜਦੋਂ ਮੈਂ 15 ਸਾਲ ਦੀ ਸੀ, ਇੱਕ ਦਿਨ ਅਚਾਨਕ ਸ਼ੁਭਮ ਸਾਡੇ ਦਰਵਾਜ਼ੇ 'ਤੇ ਆਇਆ ਅਤੇ ਉਹ ਆਪਣੀ ਮਤਰੇਈ ਮਾਂ ਤੋਂ ਬਹੁਤ ਪਰੇਸ਼ਾਨ ਸੀ। ਉਹ ਆਪਣੇ ਪਿਤਾ ਦਾ ਘਰ ਛੱਡ ਆਇਆ ਸੀ। ਉਹ ਸਾਡੇ ਕੋਲ ਰਹਿਣਾ ਚਾਹੁੰਦਾ ਸੀ, ਪਰ ਮਾਂ ਨੇ ਨਾ ਕਰ ਦਿੱਤੀ ਅਤੇ ਕਹਿਣ ਲੱਗੀ ਕਿ ਇਹ ਤੁਹਾਡੇ ਪਿਤਾ ਦੀ ਕੋਈ ਸਾਜ਼ਿਸ਼ ਹੋ ਸਕਦੀ ਹੈ। ਉਹਨਾਂ ਨੇ ਕੁਝ ਸਮਝਾ ਕੇ ਇੱਥੇ ਭੇਜਿਆ ਹੋਵੇਗਾ, ਪਰ ਮੈਂ ਸ਼ੁਭਮ ਦਾ ਨੰਬਰ ਲੈ ਲਿਆ ਸੀ। ਸ਼ੁਭਮ ਨੂੰ ਹੋਸਟਲ ਵਿੱਚ ਰਹਿਣ ਲਈ ਮਜਬੂਰ ਕੀਤਾ ਗਿਆ। ਜਦੋਂ ਵੀ ਮੈਨੂੰ ਮੌਕਾ ਮਿਲਦਾ, ਮੈਂ ਸ਼ੁਭਮ ਨੂੰ ਮਿਲਣ ਲਈ ਚਲੀ ਜਾਂਦੀ ਅਤੇ ਸਮੇਂ-ਸਮੇਂ 'ਤੇ ਉਸ ਦੀ ਮਦਦ ਕਰਦੀ। ਉਹ ਬਹੁਤ ਹੀ ਮਿਹਨਤੀ ਲੜਕਾ ਸੀ ਅਤੇ ਪੜ੍ਹ ਕੇ ਕੁਝ ਬਣਨਾ ਚਾਹੁੰਦਾ ਸੀ। ਇਸੇ ਲਈ ਉਸ ਨੇ ਡਿਲੀਵਰੀ ਬੁਆਏ ਦੀ ਨੌਕਰੀ ਕੀਤੀ ਅਤੇ ਇਸ ਦੇ ਨਾਲ ਹੀ ਉਸ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਅਤੇ ਹੁਣ ਉਹ ਵਕੀਲ ਬਣਨ ਜਾ ਰਿਹਾ ਹੈ। ਪਰ ਮੈਂ ਇਸ ਕਾਰਨ ਆਪਣੇ ਭਰਾ ਸ਼ੁਭਮ ਦੇ ਰਿਸ਼ਤੇ ਨੂੰ ਲੁਕੋ ਰਹੀ ਸੀ। ਅੱਜ ਵੀ ਮੇਰੀ ਮਾਂ ਮੇਰੇ ਅਤੇ ਸ਼ੁਭਮ ਦੇ ਰਿਸ਼ਤੇ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੀ। ਉਹ ਨਹੀਂ ਚਾਹੁੰਦੀ ਸੀ ਕਿ ਮੇਰਾ ਸ਼ੁਭਮ ਨਾਲ ਕੋਈ ਰਿਸ਼ਤਾ ਹੋਵੇ। ਉਹ ਅਜੇ ਵੀ ਆਪਣੇ ਦਿਲ ਵਿੱਚ ਸਾਲਾਂ ਪੁਰਾਣੀ ਨਫ਼ਰਤ ਲੈ ਕੇ ਜੀ ਰਹੀ ਹੈ ਜੋ ਉਸ ਨੂੰ ਮੇਰੇ ਪਿਤਾ ਨਾਲ ਸੀ। ਇਸੇ ਲਈ ਮੈਂ ਸ਼ੁਭਮ ਨੂੰ ਗੁਪਤ ਰੂਪ ਵਿੱਚ ਮਿਲਣ ਲਈ ਘਰ ਬੁਲਾਇਆ ਕਰਦੀ ਸੀ। ਮੈਨੂੰ ਡਰ ਸੀ ਕਿ ਕਿਤੇ ਤੁਹਾਨੂੰ ਸ਼ੁਭਮ ਬਾਰੇ ਕੁਝ ਪਤਾ ਲੱਗ ਗਿਆ ਤਾਂ ਤੁਸੀਂ ਆਪਣੀ ਮਾਂ ਨੂੰ ਦੱਸ ਦਿਓਗੇ। ਸ਼ਿਲਪਾ ਨੇ ਮੈਨੂੰ ਸਾਰਾ ਸੱਚ ਦੱਸਿਆ। ਜਦੋਂ ਮੈਂ ਦੋਹਾਂ ਨੂੰ ਜੱਫੀ ਪਾਉਂਦੇ ਦੇਖਿਆ ਤਾਂ ਮੈਂ ਸਮਝ ਗਿਆ ਕਿ ਦੋਵੇਂ ਕਿਸੇ ਗਲਤ ਰਿਸ਼ਤੇ 'ਚ ਵੱਜੇ ਹੋਏ ਹਨ। ਮੈਂ ਦੋਹਾਂ ਤੋਂ ਹੱਥ ਜੋੜ ਕੇ ਮਾਫ਼ੀ ਮੰਗੀ ਅਤੇ ਸ਼ੁਭਮ ਨੂੰ ਆਪਣੇ ਘਰ ਰਹਿਣ ਲਈ ਜਗ੍ਹਾ ਦਿੱਤੀ। ਤਲਾਕ ਪਤੀ ਪਤਨੀ ਵਿਚਕਾਰ ਹੁੰਦਾ ਹੈ, ਪਰ ਇਹ ਸਾਡੇ ਬੱਚਿਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ। ਬੱਚਿਆਂ ਦਾ ਚਰਿੱਤਰ ਅਤੇ ਭਵਿੱਖ ਦੋਵੇਂ ਹੀ ਖਰਾਬ ਹੋ ਜਾਂਦੇ ਹਨ। ਤੁਹਾਡੀ ਜਿੱਦ ਅਤੇ ਨਫ਼ਰਤ ਦੇ ਮੱਦੇਨਜ਼ਰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਾਨੂੰ ਆਪਣੇ ਬੱਚਿਆਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। ਅੱਜ ਇਸ ਨੂੰ 1 ਸਾਲ ਹੋ ਗਿਆ ਹੈ। ਮੈਂ ਸ਼ੁਭਮ ਅਤੇ ਉਸ ਦੀ ਮਾਂ ਵਿਚਕਾਰ ਨਫ਼ਰਤ ਨੂੰ ਖਤਮ ਕੀਤਾ ਅਤੇ ਅੱਜ ਸਭ ਕੁਝ ਠੀਕ ਹੈ। ਮੈਂ ਅਤੇ ਮੇਰੀ ਪਤਨੀ ਵੀ ਇੱਕ ਦੂਜੇ ਤੋਂ ਬਹੁਤ ਖੁਸ਼ ਹਾਂ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ ਨੋਟੀਫਿਕੇਸ਼ਨ ਨੂੰ ਦਬਾਓ ਤਾਂ ਜੋ ਅਗਲੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ।